ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ, ਤੇਰੀ ਉਸਤਤ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ ਹੈ, ਪ੍ਰਭੂਆਂ ਦਾ ਪ੍ਰਭੂ, ਸਰਬ ਸ਼ਕਤੀਮਾਨ, ਸਰਬ ਵਿਆਪੀ, ਸਰਬ ਸਰਵੱਗ ਪਰਮੇਸ਼ਰ ਹੈ। ਆਪ ਨੇ ਸਾਨੂੰ ਨਵੇਂ ਸਾਲ ਦੇ ਇਸ ਦੂਸਰੇ ਦਿਨ ਦੇ ਵਿੱਚ ਪ੍ਰਵੇਸ਼ ਕਰਵਾਇਆ ਹੈ ਔਰ ਇਸ ਦੇ ਲਈ ਮੈਂ ਤੇਰੀ ਸ਼ੁਕਰਗੁਜ਼ਾਰੀ ਕਰਦਾ ਹਾਂ। ਪਰਮੇਸ਼ਰ, ਇਸ ਦੇ ਵਿੱਚ ਜੋ ਤੇਰੇ ਵਚਨ ਦੀ ਅਸੀਂ ਤਿਆਰੀ ਤੇਰੇ ਸਮਕਸ਼ ਕਰਨ ਜਾ ਰਹੇ ਹਾਂ ਔਰ ਜੋ ਤੇਰੇ ਵਚਨ ਨੂੰ ਅਸੀਂ ਵਿਕਾਸ਼ਵਾ ਕਰਨ ਜਾ ਰਹੇ ਹਾਂ, ਉਸ ਦੇ ਵਿੱਚ ਸਾਡੀ ਮਦਦ ਕਰ। ਆਪਣੇ ਆਤਮਾ ਦੇ ਬੋਲ ਦੇ ਨਾਲ ਸਾਨੂੰ ਬੋਲਣ ਅਤੇ ਸਮਝਣ ਦੇ ਲਈ ਮਦਦ ਕਰ। ਹੋਰ ਜਿੰਨੇ ਵੀ ਤੇਰੇ ਇਸ ਵਚਨ ਨੂੰ ਸੁਣਦੇ ਆ, ਉਹਨਾਂ ਨੂੰ ਵੀ ਤੇਰੇ ਵਚਨ ਦੇ ਅਨੁਸਾਰ ਆਪਣੀ ਜ਼ਿੰਦਗੀ ਬਤੀਤ ਕਰਨ ਦੇ ਲਈ ਮਦਦ ਕਰ, ਤਾਂ ਕਿ ਤੇਰੇ ਨਾਮ ਦੀ ਮਹਿਮਾ ਹੋ ਸਕੇ ਔਰ ਤੇਰੀ ਜਿਉਂਦੀ ਆਸ ਦੇ ਵਿੱਚ ਤੇਰੇ ਵਚਨ ਦੇ ਰਾਹੀਂ ਅਸੀਂ ਦਿਨ ਪ੍ਰਤੀ ਦਿਨ ਅੱਗੇ ਵਧਦੇ ਜਾਈਏ। ਅਜਿਹਾ ਹੋਣ ਦੇ ਲਈ ਮਦਦ ਕਰ। ਸਭੋ ਕੁਝ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮਸੀਹ ਯਸੂ ਦੇ ਪਵਿੱਤਰ ਤੇ ਸਮਰਥੀ ਨਾਮ ਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਮੇਰਾ ਵਚਨ ਦਾ ਭਾਗ ਹੈ ਉਹ ਹੈ ਯਸ਼ਾਇਆ 64 ਉਸ ਦਾ 8 ਵਚਨ। ਇੱਥੇ ਲਿਖਿਆ ਹੈ, ਪਰ ਹੁਣ ਹੇ ਯਹੋਵਾ, ਤੂੰ ਸਾਡਾ ਪਿਤਾ ਹੈ, ਅਸੀਂ ਮਿੱਟੀ ਹਾਂ ਅਤੇ ਤੂੰ ਘੁਮਿਆਰ ਹੈ, ਅਸੀਂ ਸਭੇ ਤੇਰੀ ਦਸਤ ਕਰੀ ਹਾਂ। ਵਚਨ ਬਹੁਤ ਅੱਛਾ ਹੈ ਔਰ ਇਹ ਵਚਨ ਇਸਰਾਇਲ ਜਦੋਂ ਅਦੋਮ ਦੀ ਸ਼ਕਤੀ ਦੇ ਉਸ ਹੱਥੋਂ ਛੁਡਾਏ ਜਾਣ ਦੀ ਗੱਲ ਕਰਦਾ ਹੈ, ਤਦ ਇਸਰਾਇਲ ਜਿਹੜਾ ਹੈ ਉਹ ਪਰਮੇਸ਼ਵਰ ਦੀ ਵਡਿਆਈ ਅਤੇ ਉਸਤਤ ਕਰਦਾ ਹੈ ਅਤੇ ਉਸ ਦੀ ਮਹਿਮਾ ਅਤੇ ਉਸ ਦੀ ਵਡਿਆਈ ਕਰਦਾ ਹੈ। ਔਰ ਇਹ ਦੱਖਣੀ ਇਸਰਾਇਲ ਰਾਜ ਦੇ ਵਿੱਚ ਯਸ਼ਾਇਆ ਭਵਿੱਖਬਾਣੀ ਕਰ ਰਿਹਾ ਹੈ। ਉਸ ਭਵਿੱਖਬਾਣੀ ਦੇ ਵਿੱਚ ਯਸ਼ਾਇਆ ਦਾ ਇਹ ਸ਼ਬਦ ਹੈ। ਇਸ ਵਿੱਚ ਕਹਿੰਦਾ ਹੈ, ਪਰ ਹੁਣ ਇਹ ਯਹੋਵਾ, ਜੋ ਨਬੀ ਹੈ ਉਹ ਇਹ ਗੱਲ ਕਹਿ ਰਿਹਾ ਹੈ, ਪਰ ਹੁਣ ਹੇ ਯਹੋਵਾ, ਤੂੰ ਸਾਡਾ ਪਿਤਾ ਹੈ। ਅਸੀਂ ਪਿਤਾ ਦੇ ਸ਼ਬਦ ਨੂੰ ਸਮਝਣਾ ਹੈ। ਜਦ ਤੱਕ ਅਸੀਂ ਪਿਤਾ ਦੇ ਸ਼ਬਦ ਨੂੰ ਨਹੀਂ ਸਮਝਦੇ, ਤਦ ਤੱਕ ਅਸੀਂ ਪਰਮੇਸ਼ਵਰ ਨੂੰ ਨਹੀਂ ਜਾਣ ਸਕਦੇ। ਪਰਮੇਸ਼ਵਰ ਨੇ ਕਈ ਜਗ੍ਹਾ ਦੇ ਉੱਤੇ ਆਪਣੇ ਆਪ ਨੂੰ ਪਿਤਾ ਦੇ ਰੂਪ ਵਿੱਚ ਸੰਬੋਧਿਤ ਕੀਤਾ ਹੈ। ਸਾਨੂੰ ਪਿਤਾ ਇੱਕ ਅਜਿਹਾ ਸ਼ਬਦ ਹੈ ਜਿਹੜਾ ਸਾਡੇ ਵਿੱਚ ਪਰਮੇਸ਼ਵਰ ਦੇ ਆਦਰ ਅਤੇ ਸਵਰੂਪ ਨੂੰ ਪ੍ਰਗਟ ਕਰਦਾ ਹੈ, ਜਿਹੜਾ ਸਾਡੇ ਵਿੱਚ ਪਿਤਾ ਦੀ ਦਇਆ ਅਤੇ ਭਲਾਈ ਨੂੰ ਪ੍ਰਗਟ ਕਰਦਾ ਹੈ। ਉਹ ਪਿਤਾ ਹੈ। ਪ੍ਰਭੂ ਯਿਸੂ ਮਸੀਹ ਨੇ ਵੀ ਜਦੋਂ ਪ੍ਰਾਰਥਨਾ ਚੇਲਿਆਂ ਨੂੰ ਸਿਖਾਈ, ਤਦ ਵੀ ਉਸਨੇ ਹੀ ਕਿਹਾ, ਤੁਸੀਂ ਇਸ ਤਰੀਕੇ ਦੇ ਨਾਲ ਪ੍ਰਾਰਥਨਾ ਕਰਨੀ, ਹੇ ਸਾਡੇ ਪਿਤਾ, ਤੂੰ ਜੋ ਸਵਰਗ ਵਿੱਚ ਹੈ। ਪਿਤਾ ਆਦਰ ਸੂਚਕ ਸ਼ਬਦ ਹੈ। ਪਿਤਾ ਪਰਮੇਸ਼ਵਰ ਦੀ ਮਹਿਮਾ ਅਤੇ ਵਡਿਆਈ ਦਾ ਸਵਰੂਪ ਹੈ। ਇਸ ਨੂੰ ਸਮਝਣਾ ਹੈ। ਔਰ ਪਿਤਾ ਘਰਾਣੇ ਦਾ ਸਰਵੋੱਚ ਸਥਾਨ ਹੈ, ਜਿਸ ਨੂੰ ਪਰਮੇਸ਼ਵਰ ਆਪਣੇ ਆਪ ਦੇ ਵਿੱਚ ਸਰਵੋਤਮ ਕਰਕੇ ਸਾਡੇ ਉੱਤੇ ਆਪਣਾ ਅਖਤਿਆਰ ਜਤਾਉਂਦਾ ਹੈ। ਇਸ ਚੀਜ਼ ਨੂੰ ਸਮਝਣਾ ਹੈ। ਔਰ ਇੱਥੇ ਨਬੀ ਇਸ ਗੱਲ ਨੂੰ ਕਹਿ ਰਿਹਾ ਹੈ, ਪਰ ਹੁਣ ਹੇ ਯਹੋਵਾ, ਪਰਮੇਸ਼ਵਰ ਨੂੰ ਕੀ ਕਹਿ ਰਿਹਾ? ਤੂੰ ਸਾਡਾ ਪਿਤਾ ਹੈ। ਪਿਤਾ ਆਪਣੀ ਸੰਤਾਨ ਦੇ ਲਈ ਸਭ ਕੁਝ ਉਹ ਕਰਦਾ ਹੈ ਜੋ ਬਿਹਤਰ ਹੈ। ਜਦੋਂ ਇਸਰਾਇਲ ਨੂੰ ਨਿਯਮ ਦੇਣੇ ਸੀ ਤਾਂ ਪਰਮੇਸ਼ਵਰ ਨੇ ਕੀ ਕਿਹਾ? ਵਿਵਸਥਾ ਸਾਰ ਦੀ ਪੁਸਤਕ ਉਸ ਦਾ 6 ਅਧਿਆਏ ਉਸ ਦੀ 4 ਆਇਤ ਮੈਂ ਆਪ ਦੇ ਲਈ ਪੜ੍ਹ ਰਿਹਾ। 6 ਦੀ 4 ਇੱਥੇ ਕੁਝ ਇਸ ਤਰ੍ਹਾਂ ਲਿਖਿਆ ਹੋਇਆ ਹੈ। ਵਿਵਸਥਾ ਸਾਰ 6 ਦੀ 4 ਦੇ ਵਿੱਚ, ਹੇ ਇਸਰਾਇਲ ਸੁਣ, ਯਹੋਵਾ ਸਾਡਾ ਪਰਮੇਸ਼ਵਰ ਇੱਕੋ ਹੀ ਯਹੋਵਾ ਹੈ। ਇਹ ਬਹੁਤ ਹੀ ਅਧਿਕਾਰ ਅਤੇ ਬਹੁਤ ਹੀ ਪਰਮੇਸ਼ਵਰ ਦੀ ਪ੍ਰੇਮ ਅਤੇ ਪਵਿੱਤਰਤਾ ਦੀ ਗੱਲ ਹੈ ਜੋ ਇਸ ਜਗ੍ਹਾ ਉੱਤੇ ਦੱਸੀ ਗਈ ਹੈ। ਅਸੀਂ ਇਹ ਆਇਤ ਜੋ ਆਪਣਾ ਪੜ੍ਹਦੇ ਹਾਂ, ਇਹ ਆਸ਼ੀਰਵਾਦ ਨੂੰ ਸਿਖਾਉਂਦੀ ਹੈ। हे इस्राएल सुन,
ਇਸਰਾਇਲ ਦੇ ਜਗ੍ਹਾ ਦੇ ਉੱਤੇ ਤੁਸੀਂ ਆਪਣਾ ਨਾਮ ਲਾਓ, ਮੈਂ ਆਪਣਾ ਨਾਮ ਲਾਂਦਾ। हे ਜਗਦੇਵ ਸੁਣ, ਕੋਈ ਵੀ ਐਨੀ ਪਰਸਨ ਆਪਣਾ ਨਾਮ ਲਾਵੇ, ਪਰਮੇਸ਼ਰ ਗੱਲ ਕਰਦਾ ਹੈ ਤੁਹਾਡੇ ਨਾਲ। ਪਰਮੇਸ਼ਰ ਤੁਹਾਡੇ ਨਾਲ ਬੋਲਣਾ ਚਾਹਦਾ ਹੈ। ਪਰਮੇਸ਼ਰ ਤੁਹਾਨੂੰ ਦੱਸਣਾ ਚਾਹੁੰਦਾ ਹੈ ਮੈਂ ਕੌਣ ਹਾਂ, ਹੂ ਇਜ਼ ਆਈ ਐਮ, ਮੈਂ ਕੌਣ ਹਾਂ। ਇੱਥੇ ਉਹ ਦੱਸ ਰਿਹਾ ਹੈ। ਇਹ ਸਿਧਾਂਤ ਘੋਸ਼ਣਾ ਕਰਦਾ ਹੈ ਕਿ ਪਰਮੇਸ਼ਰ ਇੱਕੋ ਹੀ ਸੱਚਾ ਪਰਮੇਸ਼ਰ ਹੈ, ਨਾ ਕਿ ਅਲੱਗ-ਅਲੱਗ ਦੇਵਤਿਆਂ ਦਾ ਸਮੂਹ। ਏਕਤਾ ਨੂੰ ਪ੍ਰਗਟ ਕਰਦਾ ਹੈ, ਪਰਮੇਸ਼ਰ ਦੀ ਪਵਿੱਤਰਤਾ ਨੂੰ ਪ੍ਰਗਟ ਕਰਦਾ ਹੈ, ਪਰਮੇਸ਼ਰ ਦੇ ਸੱਚਾਈ ਦੇ ਗੁਣਾਂ ਨੂੰ ਪ੍ਰਗਟ ਕਰਦਾ ਹੈ। ਆਈ ਐਮ ਦਾ ਲਾਰਡ। ਜਦੋਂ ਮੂਸਾ ਦੇ ਨਾਲ ਗੱਲ ਕੀਤੀ ਸੀ, ਮੂਸਾ ਨੇ ਕਿਹਾ ਸੀ ਤੂੰ ਕੌਣ ਹੈ, ਮੈਂ ਕਿਵੇਂ ਦੱਸਾਂਗਾ। ਤਦ ਪਰਮੇਸ਼ਰ ਨੇ ਕਿਹਾ ਸੀ ਮੈਂ ਜੋ ਹਾਂ ਸੋ ਹਾਂ ਨੇ ਭੇਜਿਆ ਹੈ। ਆਈ ਐਮ ਡੈਟ ਆਈ ਐਮ, ਉਹਨੇ ਮੈਨੂੰ ਭੇਜਿਆ ਹੈ, ਉਹਨੇ ਸੈਂਡ ਕੀਤਾ ਹੈ। ਉਹ ਦੇਵਤਿਆਂ ਦਾ ਸਮੂਹ ਨਹੀਂ, ਉਹ ਦੇਵਤਾ ਨਹੀਂ। ਮੇਰਾ ਅੱਜ ਦਾ ਇਸ ਸਬਜੈਕਟ ਦਾ ਮੀਨਿੰਗ ਇਹ ਹੈ, ਉਸ ਦਾ ਵਿਸ਼ਾ ਇਹ ਹੈ, ਪਰਮੇਸ਼ਰ ਸਾਡਾ ਰਚਣ ਵਾਲਾ ਹੈ। ਇੱਥੇ ਪਛਾਣ ਦਿੱਤੀ ਗਈ ਹੈ। ਇਸ ਕਰਕੇ ਉਹ ਕਹਿੰਦਾ ਤੂੰ ਸਾਡਾ ਪਰਮੇਸ਼ਰ ਹੈ, ਕਿਉਂਕਿ ਉਸਨੇ ਪਰਮੇਸ਼ਰ ਦੀ ਦਸਤਕਾਰੀ ਨੂੰ ਸਮਝ ਲਿਆ ਹੈ, ਉਸਨੇ ਪਰਮੇਸ਼ਰ ਦੀ ਰਚਨਾ ਨੂੰ ਸਮਝ ਲਿਆ ਹੈ। ਇਸ ਕਰਕੇ ਉਹ ਸਾਰੇ ਦੇਵਤਿਆਂ ਤੇ ਸੰਸਾਰ ਦੇ ਆਤਮਿਆਂ ਵਿੱਚ ਸਰਵ ਸ਼ਕਤੀਮਾਨ ਹੈ। ਇਹ ਪਰਮੇਸ਼ਰ ਇਸਰਾਇਲ ਦੇ ਪ੍ਰੇਮ ਅਤੇ ਆਗਿਆਕਾਰੀਤਾ ਦੇ ਲਈ ਇੱਕੋ ਹੀ ਉਦੇਸ਼ ਹੋਣਾ ਚਾਹੀਦਾ ਹੈ, ਉਹ ਦੱਸਦਾ ਹੈ। ਇਕੱਲੇ ਹੋਣਾ। ਸਾਰੀ ਸ੍ਰਿਸ਼ਟੀ ਦਾ ਰਚੇਤਾ ਇੱਕ ਹੈ, ਬਹੁਤ ਸਾਰੇ ਨਹੀਂ ਹੈ। ਸਾਰੀ ਸ੍ਰਿਸ਼ਟੀ ਦੇ ਵਿੱਚ ਇੱਕ ਮਨੁੱਖ ਨੂੰ ਰਚ ਕੇ ਉਸ ਦੇ ਉੱਤੇ ਅਧਿਕਾਰ ਦੇਣ ਵਾਲਾ ਪਰਮੇਸ਼ਰ ਇੱਕੋ ਹੈ, ਬਹੁਤੇ ਨਹੀਂ ਹੈ। ਸਾਰੀ ਸ੍ਰਿਸ਼ਟੀ ਦੇ ਵਿੱਚ ਇੱਕ ਨੂੰ ਪਰਮੇਸ਼ਰ ਆਸ਼ੀਸ਼ ਦੇ ਕੇ ਕਹਿੰਦਾ ਵਧੋ ਫੁੱਲੋ ਅਤੇ ਧਰਤੀ ਵਿੱਚ ਭਰ ਜਾਓ, ਬਹੁਤੇ ਨਹੀਂ ਹੈ। ਇਸ ਗੱਲ ਨੂੰ ਸਮਝਣਾ ਹੈ। ਇਸ ਕਰਕੇ ਉਹ ਕਹਿੰਦਾ ਹੈ ਇਕੱਲੇ ਹੋਣ ਦਾ ਪਹਿਲੂ ਇਸਰਾਇਲ ਨੂੰ ਦੂਸਰੇ ਦੇਵਤਿਆਂ ਦੀ ਆਰਾਧਨਾ ਕਰਨ ਤੋਂ ਰੋਕਣ ਦੇ ਲਈ ਆਧਾਰ ਹੈ। ਇਹ ਆਧਾਰ ਦਿੱਤਾ ਗਿਆ ਸੀ ਉਹਨਾਂ ਨੂੰ। ਇਹ ਨਵੇਂ ਨੇਮ ਵਿੱਚ ਪ੍ਰਗਟ ਕੀਤੀ ਗਈ ਪਰਮੇਸ਼ਰ ਦੀ ਤ੍ਰਿਏਕਤਾ ਦਾ ਖੰਡਨ ਨਹੀਂ ਕਰਦਾ, ਭਾਵੇਂ ਉਹ ਤੱਤਵ ਅਰਥਾਤ ਸੁਭਾਅ ਦਾ ਮੂਲ ਗੁਣ ਹੈ ਦੇ ਵਿੱਚ ਇੱਕੋ ਹੀ ਹੈ। ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਇੱਕੋ ਹੀ ਹੈ। ਇਹਨੂੰ ਅਸੀਂ ਅਲੱਗ ਨਹੀਂ ਕਰ ਸਕਦੇ। ਇਸ ਲਈ ਯਸ਼ਾਇਆ ਨੇ ਇੱਥੇ ਕਿਹਾ ਪਰ ਕੌਣ ਹੈ ਯਹੋਵਾ, ਤੂੰ ਸਾਡਾ ਪਿਤਾ ਹੈ, ਅਸੀਂ ਮਿੱਟੀ ਹਾਂ। ਸੈਕੰਡਲੀ, ਪਹਿਲੀ ਗੱਲ ਉਹ ਦੱਸਦਾ ਹੈ ਕਿ ਤੂੰ ਸਾਡਾ ਪਿਤਾ ਹੈ। ਪਿਤਾ ਪਿਆਰ ਕਰਨ ਵਾਲਾ। ਪਰਮੇਸ਼ਵਰ ਨੇ ਜਗਤ ਨਾਲ ਅਜਿਹਾ ਪਿਆਰ ਕੀਤਾ ਕਿ ਉਹਨੇ ਮੇਰੇ ਲਈ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ। ਇਹਦਾ ਮਤਲਬ ਕੀ ਆ? ਉਹ ਪਿਤਾ ਮੇਰੇ ਨਾਲ ਪਿਆਰ ਕਰ ਰਿਹਾ। ਉਹ ਪਿਤਾ ਮੇਰੇ ਨਾਲ ਆਪਣੇ ਪਿਆਰ ਨੂੰ ਕਿਸ ਤਰ੍ਹਾਂ ਪ੍ਰਗਟ ਕਰ ਰਿਹਾ, ਉਹ ਅਸੀਂ ਉਸ ਦੇ ਵਿੱਚ ਦੇਖਦੇ ਹਾਂ। ਸੈਕੰਡਲੀ, ਉਹ ਪਿਤਾ ਜਿਹੜਾ ਹੈ ਉਸ ਦੇ ਪ੍ਰਤੀ ਉਹ ਆਪਣੀ ਆਗਿਆਕਾਰੀਤਾ ਨੂੰ ਦਿਖਾ ਰਿਹਾ, ਅਧੀਨਤਾ ਨੂੰ ਦਿਖਾ ਰਿਹਾ, ਪਰਮੇਸ਼ਵਰ ਦੇ ਅੱਗੇ ਨੀਵੇਂ ਹੋਣ ਨੂੰ ਦਿਖਾ ਰਿਹਾ। ਕਿਸ ਚੀਜ਼ ਦੇ ਵਿੱਚ? ਮਿੱਟੀ ਦੇ ਵਿੱਚ। ਕਹਿੰਦਾ ਅਸੀਂ ਮਿੱਟੀ ਹਾਂ, ਆਈ ਐਮ ਦਾ ਕਲੇ। ਮਿੱਟੀ ਦਾ ਮਤਲਬ ਕੀ ਹੈ? ਉਹ ਆਪਣੇ ਆਪ ਨੂੰ ਮਿੱਟੀ ਕਿਉਂ ਕਹਿ ਰਿਹਾ ਹੈ? ਮਿੱਟੀ ਦਾ ਕੀ ਕੰਮ ਹੈ? ਇੱਥੇ ਉਹ ਆਪਣੇ ਆਪ ਨੂੰ ਉਸ ਦੇ ਵਿੱਚ ਸੰਬੋਧਨ ਕਰ ਰਿਹਾ। ਜੇ ਯਸ਼ਾਇਆ ਦੇ ਮਿੱਟੀ ਦੇ ਬਾਰੇ ਪੜ੍ਹਦੇ ਹਾਂ ਤਾਂ 29 ਦਾ 16 ਵਿੱਚ ਕਹਿੰਦਾ ਹੈ, ਤੁਸੀਂ ਉੜਦ ਪੁੜਦ ਕਰਦੇ ਹੋ ਕਿ ਘੁਮਿਆਰ ਮਿੱਟੀ ਵਰਗਾ ਗਿਣਿਆ ਜਾਵੇਗਾ। ਭਾਈ ਬਣੀ ਹੋਈ ਚੀਜ਼ ਆਪਣੇ ਬਣਾਉਣ ਵਾਲੇ ਦੇ ਵਿਖੇ ਆਖੇ ਉਸ ਮੈਨੂੰ ਨਹੀਂ ਬਣਾਇਆ, ਜਾਂ ਘੜਤ ਘੜਨ ਵਾਲੇ ਦੇ ਵਿਖੇ ਆਖੇ ਉਸ ਨੂੰ ਕੋਈ ਮਤ ਨਹੀਂ।
परमेश्वर दे विखे जदों इसराइल बिगड़ गया तद यशाया दे राही परमेश्वर की यह आवाज आई। और मिट्टी मिट्टी का सब तो वड्डा गुण, मैं आग्याकारिता क्यों कहना, मैं अधीनता क्यों कहना, मिट्टी का गुण है चुपचाप रहना, अपने मालक दे अधीन, जिस तरह मालक बनावे उस तरह रहना। इस गल नूं समझण दे लई मैं आप नूं यरमाया दी पुस्तक दे विच लैके जा रहा। इत्थे यरमाया 18:2 दे विच यरमाया नूं परमेश्वर कह रहा, उठ अते घमियार दे घर नूं उतर जा, उथों मैं तैनूं अपने गुणां नूं सुणावांगा। तां मैं घमियार दे घर उतर गया तां वेखो अपने ਚੱਕ उत्ते काम कर रहा सी। ਉਹ ਭਾਂਡਾ ਜਿਹੜਾ ਉਹ ਮਿੱਟੀ ਦਾ ਬਣਾਉਂਦਾ ਸੀ ਘੁਮਿਆਰ ਦੇ ਹੱਥ ਵਿਗੜ ਗਿਆ। ਤਦ ਉਸਨੇ ਮੁੜ ਉਸ ਤੋਂ ਇੱਕ ਦੂਜਾ ਭਾਂਡਾ ਬਣਾਇਆ ਜਿਵੇਂ ਉਹਦੀ ਨਿਗਾਹ ਵਿੱਚ ਚੰਗਾ ਲੱਗਾ। ਫਿਰ ਯਹੋਵਾ ਦਾ ਵਚਨ ਮੇਰੇ ਕੋਲ ਆਇਆ, ਹੇ ਇਸਰਾਇਲ ਦੇ ਘਰਾਣੇ, ਕੀ ਮੈਂ ਇਸ ਘੁਮਿਆਰ ਵਾਂਗੂ ਤੁਹਾਡੇ ਨਾਲ ਨਹੀਂ ਕਰ ਸਕਦਾ? ਯਹੋਵਾ ਦਾ ਵਾਕ, ਵੇਖੋ ਇਸਰਾਇਲ ਦੇ ਘਰਾਣੇ, ਜਿਵੇਂ ਮਿੱਟੀ ਘੁਮਿਆਰ ਦੇ ਹੱਥ ਵਿੱਚ ਤਿਵੇਂ ਤੁਸੀਂ ਮੇਰੇ ਹੱਥ ਵਿੱਚ। ਇਹਦਾ ਮਤਲਬ ਮਿੱਟੀ ਦਾ ਗੁਣ ਕੀ ਹੈ? ਮਿੱਟੀ ਕਦੇ ਘੁਮਿਆਰ ਨੂੰ ਇਹ ਨਹੀਂ ਕਹਿੰਦੀ ਤੂੰ ਮੈਨੂੰ ਇਦਾਂ ਦਾ ਕਿਉਂ ਬਣਾਇਆ, ਤੂੰ ਮੈਨੂੰ ਮਾੜਾ ਕਿਉਂ ਬਣਾਇਆ, ਤੂੰ ਮੈਨੂੰ ਮਾੜੀ ਜਗ੍ਹਾ ਤੇ ਕਿਉਂ ਰੱਖਿਆ। ਮਿੱਟੀ ਘੁਮਿਆਰ ਦੇ ਹੱਥ ਵਿੱਚ ਰਹਿੰਦੀ ਹੈ। ਇਹਦਾ ਮਤਲਬ ਅਸੀਂ ਪਰਮੇਸ਼ਵਰ ਦੀ ਰਚਨਾ, ਅਸੀਂ ਪਰਮੇਸ਼ਵਰ ਦੇ ਹੱਥ ਵਿੱਚ ਹਾਂ। ਅਸੀਂ ਕਦੇ ਇਹ ਨਹੀਂ ਕਹਿ ਸਕਦੇ ਕਿ ਅਸੀਂ ਆਪਣੇ ਆਪ ਦੇ ਵਿੱਚ ਹਾਂ, ਸਾਡਾ ਆਪਣੇ ਆਪ ਦੇ ਵਿੱਚ ਵਜੂਦ ਹੈ। ਨਹੀਂ, ਜੇ ਅਸੀਂ ਇਸ ਤਰ੍ਹਾਂ ਕਹਿੰਦੇ ਹਾਂ ਤਾਂ ਸਾਡੀ ਸੋਚ ਬਹੁਤ ਗਲਤ ਹੈ ਔਰ ਅਸੀਂ ਆਪਣੇ ਸ੍ਰਿਸ਼ਟੀਕਰਤਾ ਦਾ ਆਦਰ ਨਹੀਂ ਕਰ ਰਹੇ ਹਾਂ। ਅਸੀਂ ਉਸ ਦੇ ਅਧੀਨ ਨਹੀਂ ਹਾਂ, ਅਸੀਂ ਉਸ ਦੀ ਆਗਿਆਕਾਰੀਤਾ ਦੇ ਵਿੱਚ ਨਹੀਂ ਹਾਂ। ਇਹਦਾ ਮਤਲਬ ਰਚਣ ਵਾਲੇ ਨੇ ਮੈਨੂੰ ਰਚਿਆ ਹੈ, ਮਿੱਟੀ ਤੋਂ ਰਚਿਆ ਹੈ, ਇਹ ਵੀ ਪਤਾ ਹੈ। ਜਦੋਂ ਅਸੀਂ ਉਤਪਤੀ ਪੁਸਤਕ 2:7 ਦੇ ਵਿੱਚ ਪੜ੍ਹਦੇ ਹਾਂ कि परमेश्वर ने मिट्टी तो सानू रचिया और साडे विच अपना श्वास फूकिया। असी उहदी रचना है। परमेश्वर कहता है यू आर द क्ले, तुसी मिट्टी हो। और ये मिट्टी आदर दे योग उदों बनती है जदों अपने मालक दे हथ उहदी आग्याकारिता ते उहदी अधीनता ते उहदी दीनता दे विच रहिंदी है। यरमाया नूं जदों ये गल कही गई तो यरमाया अगे साडी अधीनता नूं ओ जिहड़ा सच्चे चरित्र अते साडे मकसद दोहां नूं ढाल सकदा है, ये वड्डी दूरी तक जो ओ साडे नाल कर सकदा है निर्धारित करदा है। दूसरी गल असीं इस विच देख, क्यों जो परमेश्वर सानूं साडियां अपणियां चोणां ਕਰਨ ਦੀ ਇੱਕ ਆਜ਼ਾਦੀ ਦਿੰਦਾ ਹੈ। ਪਰਮੇਸ਼ਰ ਲਈ ਸਮਰਪਣ ਦੀ ਕਮੀ ਸਾਡੇ ਲਈ ਉਸ ਦੇ ਮੂਲ ਮਕਸਦ ਤੋਂ ਰੋਕ ਸਕਦੀ ਹੈ। ਪਰਮੇਸ਼ਰ ਨੇ ਸਾਨੂੰ ਫਰੀडम ਦੇ ਵਿੱਚ ਰੱਖਿਆ, ਉਹਨੇ ਬੰਨ ਕੇ ਨਹੀਂ ਰੱਖਿਆ। ਹਰ ਇੱਕ ਭਾਂਡਾ ਜਦੋਂ ਤਿਆਰ ਕੀਤਾ ਜਾਂਦਾ ਹੈ, ਇੱਕ ਜਗ੍ਹਾ ਤੇ ਰੱਖ ਜਾਂਦਾ ਹੈ, ਉਹਨੂੰ ਉਸ ਆਜ਼ਾਦੀ ਦੇ ਵਿੱਚ ਇਸਤੇਮਾਲ ਹੋਣ ਦੇ ਲਈ ਦਿੱਤਾ ਜਾਂਦਾ ਹੈ। परमेश्वर साडे जीवनां विच जो चोण असी करते हाँ, किवें असी उसनूं जवाब दिंदे हाँ, उस दे उत्ते आधारित अपणियां योजनावां नूं बदलण दी आज़ादी हुंदी है। जेकर असी उसनूं रोकदे या विद्रोह करते हाँ, वो साडे जीवनां नूं अपने मकसदां लई सानूं बहाल करन दी एक कोशिश विच मुड़ आकार देवेगा। उदों आकार देवेगा जदों असी उहदे हत्थ दे विच नहीं रहंदे हां, जदों असी उहदा आदर नहीं करते हैं, जदों असी उहदी आग्याकारिता नहीं मनते हैं। क्यों? इसराइल बार बार डिगदा सी, सारा बार बार पाप करदा सी, तां परमेश्वर उहनां नूं तोड़दा ते मुड़ बनाउंदा सी। ये समझना है।
ਪਰ ਇਸ ਗੱਲ ਨੂੰ ਇੱਥੇ ਉਹ ਰਚਣ ਵਾਲਾ ਰਚੇਤਾ ਕੀ ਕਹਿ ਰਿਹਾ ਹੈ, ਜਦੋਂ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚ ਯਸ਼ਾਇਆ ਦੀ ਪੁਸਤਕ ਉਸ ਦਾ 64:8 ਦੇ ਵਿੱਚ ਪੜ੍ਹਦੇ ਹਾਂ, ਤਾਂ ਉੱਥੇ ਪਰਮੇਸ਼ਰ ਕਹਿੰਦਾ ਹੈ, ਯਸ਼ਾਇਆ ਦੇ ਰਾਹੀਂ ਗੱਲ ਕਰਦਾ ਹੈ ਕਿ ਅਸੀਂ ਮਿੱਟੀ ਹਾਂ ਅਤੇ ਤੂੰ ਘੁਮਿਆਰ ਹੈ, ਅਸੀਂ ਤੇਰੀ ਦਸਤਕਾਰੀ ਹਾਂ। ਇਹਦਾ ਮਤਲਬ ਤੀਸਰੀ ਗੱਲ ਆ ਰਹੀ ਹੈ, ਰਚਨਾ। ਅਸੀਂ ਪਰਮੇਸ਼ਰ ਦੀ ਰਚਨਾ। ਇਸ ਨੂੰ ਅਸੀਂ ਬੜੇ ਤਰੀਕੇ ਦੇ ਨਾਲ ਸਮਝਣਾ ਹੈ। ਜਦੋਂ ਰਚਨਾ ਦੀ ਮੈਂ ਗੱਲ ਕਰਦਾ ਹਾਂ ਤਾਂ ਮੈਨੂੰ ਚੇਤਾ ਆਉਂਦਾ ਹੈ ਜ਼ਬੂਰ 139 ਅਤੇ 13 ਤੇ 16। ਜਦੋਂ ਮੈਂ ਜ਼ਬੂਰ ਨੂੰ ਪੜ੍ਹਦਾ ਹਾਂ ਤਾਂ ਜ਼ਬੂਰਾਂ ਦੇ ਵਿੱਚ ਪਰਮੇਸ਼ਰ ਦੀ ਮੇਰੇ ਕੋਲ ਉਸ ਦੀ ਰਚਨਾ ਦੀ ਗੱਲ, ਜੋ ਮੇਰੇ ਜੀਵਨ ਦੇ ਲਈ ਮੈਨੂੰ ਮੁੜ ਮਸੀਹ ਦੇ ਪ੍ਰਤੀ ਸਮਰਪਿਤ ਹੋਣ ਦੇ ਲਈ ਕਹਿੰਦੀ ਹੈ। ਮੈਂ ਆਪ ਦੇ ਲਈ 139 ਜ਼ਬੂਰ ਉਸ ਦੀ 13 ਤੋਂ 16 ਤੱਕ ਪੜ੍ਹ ਰਿਹਾ। ਤੈਂ ਤਾਂ ਮੇਰੇ ਅੰਦਰਲੇ ਅੰਗ ਰਚੇ। ਦੇਖੋ ਪਰਮੇਸ਼ਰ ਦੀ ਰਚਨਾ। ਤੈਂ ਤਾਂ ਮੇਰੇ ਅੰਦਰਲੇ ਅੰਗ ਰਚੇ, ਤੈਂ ਮੇਰੀ ਮਾਂ ਦੀ ਕੁੱਖ ਵਿੱਚ ਮੈਨੂੰ ਢੱਕਿਆ। ਮੈਂ ਤੇਰਾ ਧੰਨਵਾਦ ਕਰਾਂਗਾ, ਕਿਉਂ ਜੋ ਮੈਂ ਭਿਆਨਕ ਰੀਤੀ ਤੇ ਅਚਰਜ ਹਾਂ। ਮਤਲਬ ਕਿ ਬਹੁਤ ਭਿਆਨਕ ਰੀਤੀ ਨਾਲ ਰਚਿਆ ਗਿਆ ਹਾਂ। ਤੇਰੇ ਕੰਮ ਅਚਰਜ ਹਨ ਅਤੇ ਮੇਰੀ ਜਾਨ ਏ ਖੂਬ ਜਾਣ। ਮੇਰੀਆਂ ਹੱਡੀਆਂ ਤੇਥੋਂ ਲੁਕੀਆਂ ਨਹੀਂ ਸਨ। ਜਦ ਮੈਂ ਗੁਪਤ ਵਿੱਚ ਬਣਾਇਆ ਜਾਂਦਾ ਸਾਂ ਅਤੇ ਧਰਤੀ ਦੀਆਂ ਹੇਠਲਾਂ ਥਾਵਾਂ ਦੇ ਵਿੱਚ ਮੇਰਾ ਕਸੀਦਾ ਕੱਢੀਦਾ ਸੀ, ਤੇਰੀਆਂ ਅੱਖਾਂ ਨੇ ਮੇਰੇ ਬੇਡੌਲ ਮਲਬੇ ਨੂੰ ਵੇਖਿਆ ਅਤੇ ਤੇਰੀ ਪੋਥੀ ਵਿੱਚ ਉਹ ਸਭ ਲਿਖੇ ਹੋਏ ਹਨ। ਦਿਨ ਮਿੱਥੇ ਗਏ ਜਦ ਉਹਨਾਂ ਵਿੱਚੋਂ ਇੱਕ ਵੀ ਨਹੀਂ ਸੀ। ਦੇਖੋ ਕਿੰਨੀ ਵੱਡੀ ਗੱਲ ਹੈ। ਪਰਮੇਸ਼ਰ ਨੇ ਮੇਰੇ ਇੱਕ ਇੱਕ ਅੰਗ, ਮੇਰੀ ਅੱਖ, ਨੱਕ, ਕੰਨ, ਬੁੱਧ, ਸਾਰਾ ਸਰੀਰ ਪਰਮੇਸ਼ਰ ਨੇ ਮੇਰੇ ਰਚਿਆ ਹੈ, ਕਿਉਂਕਿ ਉਹ ਮੇਰਾ ਘੁਮਿਆਰ ਹੈ। ਉਹ ਮੈਨੂੰ ਰਚਣ ਵਾਲਾ ਹੈ। ਉਹਨੇ ਮੈਨੂੰ ਆਦਰ ਦੇ ਭਾਂਡੇ ਵਿੱਚ ਰਚਿਆ ਹੈ। ਬੜੀ ਖੂਬ ਗੱਲ ਹੈ, ਆਦਰ ਦੇ ਭਾਂਡੇ ਵਿੱਚ। ਕਿਉਂਕਿ ਦੇਖੋ ਮੈਂ ਪਾਪ ਦੇ ਵਿੱਚ ਡਿੱਗਿਆ ਹੋਇਆ ਪਾਪੀ ਭਾਂਡਾ ਸੀ, ਪਰ ਪਰਮੇਸ਼ਵਰ ਨੇ ਮੇਰੇ ਜਿਹੇ ਪਾਪੀ ਦੇ ਲਈ ਇੱਕ ਆਦਰ ਦਾ ਭਾਂਡਾ ਬਣਾਉਣ ਦੇ ਲਈ ਸਰਗੋਂ ਮੇਰੇ ਲਈ ਆਪਣੇ ਪਿਆਰੇ ਪੁੱਤਰ ਨੂੰ ਮੇਰੇ ਲਈ ਘੱਲਿਆ। ਕਹਿੰਦਾ ਪਰਮੇਸ਼ਵਰ ਨੇ ਜਗਤ ਨਾਲ, ਪਿਤਾ ਨੇ ਜਗਤ ਨਾਲ, ਪਿਤਾ ਨੇ ਮਨੁੱਖਾਂ ਦੇ ਨਾਲ, ਪਿਤਾ ਨੇ ਮੇਰੇ ਨਾਲ ਅਜਿਹਾ ਪਿਆਰ ਕੀਤਾ ਕਿ ਉਹਨੇ ਆਪਣਾ ਇਕਲੌਤਾ ਪੁੱਤਰ ਮੇਰੇ ਲਈ ਦੇ ਦਿੱਤਾ ਕਿ ਮੈਂ ਉਸ ਉੱਤੇ ਨਿਹਚਾ ਕਰਕੇ ਸਦਾ ਦੇ ਜੀਵਨ ਨੂੰ ਪ੍ਰਾਪਤ ਕਰਾਂ। ਇਹਦਾ ਮਤਲਬ ਪ੍ਰਭੂ ਯਿਸੂ ਮਸੀਹ ਨੇ ਮੈਨੂੰ ਨਹਿਲਾਇਆ, ਪ੍ਰਭੂ ਯਿਸੂ ਮਸੀਹ ਨੇ ਮੈਨੂੰ ਧੋਤਾ। ਕਾਹਦੇ ਲਈ? ਪਰਮੇਸ਼ਵਰ ਦੇ ਅੱਗੇ ਆਦਰ ਦਾ ਭਾਂਡਾ ਬਣਾ ਕੇ ਕਿ ਮੈਂ ਉਹਦੀ ਭਗਤੀ ਅਤੇ ਮੈਂ ਉਸ ਦੀ ਉਸਤਤ ਕਰ ਸਕਾਂ, ਕਿਉਂਕਿ ਮੈਂ ਉਹਦੀ ਰਚਨਾ ਹਾਂ। ਔਰ ਇੱਥੇ ਅਫਸੀਆਂ ਦੇ ਵਿੱਚ ਉਹ ਕੀ ਗੱਲ ਕਰ ਰਿਹਾ ਹੈ, ਜਦੋਂ 2:10 ਅਸੀਂ ਪੜ੍ਹਦੇ ਹਾਂ, ਕਹਿੰਦਾ ਕਿਉਂ ਜੋ ਅਸੀਂ ਉਹਦੀ ਰਚਨਾ ਹਾਂ, ਜਿਹੜੇ ਯਿਸੂ ਮਸੀਹ ਵਿੱਚ ਸ਼ੁਭ ਕਰਮਾਂ ਲਈ ਰਚੇ ਗਏ, ਪਰਮੇਸ਼ਵਰ ਨੇ ਅੱਗੋਂ ਹੀ ਤਿਆਰ ਕੀਤੇ ਸਨ, ਭਾਈ ਅਸੀਂ ਉਹਨਾਂ ਵਿੱਚ ਲੱਗੇ ਰਹੀਏ। ਅੱਗੋਂ ਹੀ ਰਚੇ ਸਨ। ਕਿਉਂ? ਇੱਥੇ ਲਿਖਿਆ ਹੈ ਜਿਵੇਂ ਉਹਨੇ ਸਾਨੂੰ ਜਗਤ ਦੀ ਨੀਂਹ ਧਰਨ ਤੋਂ ਅੱਗੋਂ ਹੀ ਉਸ ਵਿੱਚ ਚੁਣ ਲਿਆ, ਭਾਈ ਅਸੀਂ ਉਸ ਦੇ ਸਨਮੁਖ ਪ੍ਰੇਮ ਵਿੱਚ ਪਵਿੱਤਰ ਅਤੇ ਨਿਰਮਲ ਹੋਈਏ। ਇਹ ਕਿਹਦੀ ਰਚਨਾ ਹੈ? ਪਰਮੇਸ਼ਰ ਦੀ। ਪਰਮੇਸ਼ਰ ਦੀ ਉਹ ਸੁੰਦਰ ਰਚਨਾ ਹੈ ਜਿਹੜੀ ਮੇਰੇ ਲਈ ਪਰਮੇਸ਼ਰ ਨੇ ਕਾਲਵਰੀ ਕਰੂਸ ਤੋਂ ਆਪਣੇ ਨੇੜੇ ਆਉਣ ਦੇ ਲਈ ਤਿਆਰ ਕੀਤੀ। ਮੈਂ ਉਸ ਰਚਨਾ ਦਾ ਜੋ ਪਰਮੇਸ਼ਰ ਨੇ ਮੇਰੇ ਲਈ ਕੀਤੀ। ਪਹਿਲਾਂ ਉਸਨੇ ਮੈਨੂੰ ਰਚਿਆ, ਮਨੁੱਖ ਬਣਾਇਆ, ਔਰ ਮੈਂ ਉਸ ਮਨੁੱਖ ਦੇ ਵਿੱਚ ਡਿੱਗ ਗਿਆ। ਫਿਰ ਉਸ ਤੋਂ ਬਚਾਉਣ ਦੇ ਲਈ ਆਪਣਾ ਪਿਆਰਾ ਪੁੱਤਰ ਮੇਰੇ ਲਈ ਘੱਲਿਆ, ਜਿਸ ਨੇ ਮੈਨੂੰ ਸ਼ੁੱਧ ਅਤੇ ਨਿਰਮਲ ਕੀਤਾ। ਔਰ ਉਸ ਦੀ ਸੁੰਦਰਤਾ ਦੀ ਰਚਨਾ ਨੂੰ ਮੈਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਸਮਝ ਸਕਿਆ ਕਿ ਉਸਨੇ ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਹੀ ਮੈਨੂੰ ਚੁਣ ਲਿਆ। ਕਾਹਦੇ ਲਈ? ਪ੍ਰੇਮ ਅਤੇ ਪਵਿੱਤਰਤਾ ਦੇ ਵਿੱਚ ਨਿਰਮਲ ਹੋਣ ਦੇ ਲਈ। ਕਿੰਨਾ ਅਦਭੁਤ ਅਤੇ ਕਿੰਨਾ ਮਹਿਮਾ ਯੋਗ ਪਰਮੇਸ਼ਰ ਹੈ, ਵਡਿਆਈ ਦੇ ਯੋਗ ਹੈ, ਜਿਸ ਨੇ ਮੈਨੂੰ ਆਪਣੀ ਭਗਤੀ ਦੇ ਲਈ, ਮੈਨੂੰ ਆਪਣੀ ਉਸਤਤ ਦੇ ਲਈ, ਮੈਨੂੰ ਆਪਣੀ ਵਡਿਆਈ ਦੇ ਲਈ ਰਚ ਲਿਆ।
ਮਸੀਹ ਯਿਸੂ ਦੇ ਵਿੱਚ, ਕਿ ਮੈਂ ਉਸ ਦੇ ਕੋਲ ਆ ਕੇ ਉਸ ਨੂੰ ਹੇ ਅੱਬਾ, ਹੇ ਪਿਤਾ ਕਹਿ ਕੇ ਉਸ ਦੀ ਵਡਿਆਈ ਕਰ ਸਕਾਂ। ਕਿਉਂਕਿ ਉਹਦੇ ਬਾਰੇ 2 ਅਧਿਆਏ ਜਦੋਂ ਮੈਂ ਉਸ ਦੀ 7 ਆਇਤ ਪੜ੍ਹਦਾ ਹਾਂ ਤਾਂ ਕਹਿੰਦਾ ਹੈ, ਭਾਈ ਉਸ ਦਿਆਲਗੀ ਨਾਲ ਜੋ ਮਸੀਹ ਯਿਸੂ ਵਿੱਚ ਸਾਡੇ ਉੱਤੇ ਹੈ, ਉਹ ਆਉਣ ਵਾਲਿਆਂ ਯੁਗਾਂ ਵਿੱਚ ਆਪਣੀ ਕਿਰਪਾ ਦਾ ਬੇਹੱਦ ਧਨ ਸਾਡੇ ਤੇ ਉਜਾਗਰ ਕਰੇ। ਉਹ ਧਨ ਕੀ ਸੀ? ਉਹ ਧਨ ਕਿਹੜਾ ਸੀ? ਉਹ ਧਨ ਸੀ ਪਰਮੇਸ਼ਰ ਦੀ ਵਡਿਆਈ ਦਾ। ਉਹ ਧਨ ਸੀ ਪਰਮੇਸ਼ਰ ਦੇ ਅਸੀਮ ਪ੍ਰੇਮ ਦਾ। ਉਹ ਧਨ ਸੀ ਪਰਮੇਸ਼ਰ ਦੇ ਅਨੰਤ ਭਾਵ ਸਦੀਪਕ ਜਿਉਣ ਦਾ, ਜਿਹੜਾ ਕਦੇ ਖਤਮ ਹੋਣ ਵਾਲਾ ਨਹੀਂ। ਉਸ ਦੇ ਲਈ ਪਰਮੇਸ਼ਰ ਨੇ ਆਪਣੇ ਪੁੱਤਰ ਦੇ ਵਿੱਚ ਮੇਰੀ ਰਚਨਾ ਦਾ ਕੰਮ ਕੀਤਾ ਕਿ ਮੈਂ ਪਰਮੇਸ਼ਰ ਦੇ ਨੇੜੇ ਆ ਕੇ ਉਸ ਨੂੰ ਹੇ ਅੱਬਾ, ਹੇ ਪਿਤਾ ਕਹਿ ਕੇ ਉਸ ਦੀ ਉਸਤਤ ਕਰ ਸਕਾਂ, ਉਸ ਦੀ ਵਡਿਆਈ ਕਰ ਸਕਾਂ, ਉਸ ਦਾ ਧੰਨਵਾਦ ਕਰ ਸਕਾਂ। ਇਸ ਲਈ ਮੈਂ ਧੰਨਵਾਦ ਕਰਦਾ ਕਿ ਪਰਮੇਸ਼ਰ ਨੇ ਮੈਨੂੰ ਆਪਣੀ ਮਹਿਮਾ, ਆਪਣੀ ਵਡਿਆਈ ਦੇ ਲਈ ਰਚ ਲਿਆ ਕਿ ਉਸ ਦੇ ਕੋਲ ਜਾ ਕੇ ਮੈਂ ਉਸ ਦਾ ਧੰਨਵਾਦ ਤਹਿ ਦਿਲ ਦੇ ਨਾਲ ਦੇ ਸਕਾਂ। ਅੱਜ ਬਹੁਤ ਸਾਰੇ ਲੋਕ ਇਸ ਨਵੇਂ ਸਾਲ ਦੇ ਵਿੱਚ, ਉਸ ਦੀ ਸ਼ੁਰੂਆਤ ਦੇ ਵਿੱਚ ਸ਼ਰਾਬਾਂ ਕਬਾਬਾਂ ਦੇ ਵਿੱਚ ਇਸ ਮੰਦਿਰ ਦਾ ਨਾਸ਼ ਕਰ ਦਿੱਤਾ ਹੈ, ਜਿਸ ਮੰਦਿਰ ਨੂੰ ਪਰਮੇਸ਼ਰ ਨੇ ਆਦਰ ਅਤੇ ਮਹਿਮਾ ਦੇ ਲਈ, ਆਪਣੀ ਭਗਤੀ ਦੇ ਲਈ ਰਚਿਆ ਸੀ, ਜਿਸ ਦੇ ਵਿਖੇ ਪਰਮੇਸ਼ਰ ਦਾ ਵਚਨ ਜਦੋਂ ਅਸੀਂ ਪਹਿਲਾ ਕੁਰਿੰਥੀਆਂ ਉਸ ਦਾ 3 ਅਧਿਆਏ ਉਸ ਦੀ 16 ਅਤੇ 17 ਆਇਤ ਨੂੰ ਪੜ੍ਹਦੇ ਹਾਂ ਤਾਂ ਉਸ ਵਿੱਚ ਪਰਮੇਸ਼ਰ ਕੀ ਕਹਿੰਦਾ ਹੈ ਕਿ ਤੁਸੀਂ ਇਹ ਨਹੀਂ ਜਾਣਦੇ ਜੋ ਤੁਸੀਂ ਪਰਮੇਸ਼ਰ ਦੀ ਹੈਕਲ ਹੋ, ਉਸ ਦਾ ਮੰਦਰ ਹੋ ਅਤੇ ਪਰਮੇਸ਼ਰ ਦਾ ਆਤਮਾ ਤੁਹਾਡੇ ਵਿੱਚ ਵਸਦਾ ਹੈ। ਜੋ ਕੋਈ ਪਰਮੇਸ਼ਰ ਦੀ ਹੈਕਲ ਦਾ ਨਾਸ਼ ਕਰੇ ਤਾਂ ਪਰਮੇਸ਼ਰ ਉਹਦਾ ਨਾਸ਼ ਕਰੇਗਾ, ਕਿਉਂ ਜੋ ਪਰਮੇਸ਼ਰ ਦੀ ਹੈਕਲ ਪਵਿੱਤਰ ਹੈ। ਪਰਮੇਸ਼ਵਰ ਨੇ ਮੇਰੇ ਲਈ ਪਵਿੱਤਰਤਾ ਦਾ ਕੰਮ ਕੀਤਾ। ਜੇ ਮੈਂ ਉਸ ਵਿੱਚ ਪਵਿੱਤਰ ਹੋ ਕੇ ਵੀ ਅਪਵਿੱਤਰਤਾ ਦਾ ਕੰਮ ਕਰਦਾ ਹੈ ਤਾਂ ਪਰਮੇਸ਼ਵਰ ਮੇਰੀ ਹੈਕਲ ਨੂੰ ਨਾਸ਼ ਕਰਨ ਦਾ ਅਧਿਕਾਰ ਰੱਖਦਾ, ਕਿਉਂਕਿ ਉਹ ਮੇਰਾ ਘੁਮਿਆਰ ਹੈ। ਇਸ ਲਈ ਪਿਆਰੋ, ਅਸੀਂ ਆਦਰ ਸਤਿਕਾਰ ਦੇ ਨਾਲ ਜਿਸ ਨੇ ਮੈਨੂੰ ਰਚਿਆ ਹੈ ਉਸ ਦਾ ਧੰਨਵਾਦ, ਉਸ ਦੀ ਵਡਿਆਈ, ਉਸ ਦੀ ਮਹਿਮਾ ਕਰੀਏ, ਜਿਸ ਤੋਂ ਪ੍ਰਸੰਨ ਹੁੰਦਾ ਹੈ। ਇਸ ਲਈ ਆਓ ਅਸੀਂ ਉਸ ਦੇ ਪਿਆਰੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਕੀਤੇ ਹੋਏ ਉਪਕਾਰਾਂ ਦੇ ਵਿੱਚ ਉਸ ਦਾ ਧੰਨਵਾਦ ਕਰਕੇ ਉਸ ਨੂੰ ਉੱਚਾ ਕਰੀਏ, ਜਿਸ ਦੇ ਨਾਲ ਪਰਮੇਸ਼ਰ ਦੀ ਵਡਿਆਈ ਮੇਰੇ ਜੀਵਨ ਵਿੱਚ ਹੋਵੇ ਔਰ ਪਰਮੇਸ਼ਰ ਦਾ ਨਾਮ ਉੱਚਾ ਹੋਵੇ। ਪ੍ਰਭੂ ਅਜਿਹਾ ਕਰਨ ਦੇ ਲਈ ਸਾਡੀ ਮਦਦ ਕਰੇ। ਸਾਰਿਆਂ ਨੂੰ ਜੈ ਮਸੀਹ ਦੀ। ਮਾਰਾਨਾਥਾ।